10 ਜਣੇ ਆਏ ਨੇ, ਉਹਨਾਂ ਦਰਵਾਜ਼ਾ ਤੋੜਿਆ, ਅੰਦਰ ਆ ਗਏ ਨੇ, ਸਾਰੀਆਂ ਗੰਨਾਂ ਕੱਢਣੀਆਂ ਨੇ। ਉਹਨਾਂ ਕਿਹਾ ਜਿਹੜਾ ਬੋਲਿਆ ਅਸੀਂ ਗੋਲੀ ਮਾਰ ਦਿਆਂਗੇ। ਉੱਥੇ ਦੀ ਹੱਥ ਵੀ ਜੋੜੇ ਉਹਦੇ ਅੱਗੇ ਕਿ ਯਾਰ ਨਬੀ ਦੇ ਸਦਕੇ ਸਾਨੂੰ ਸਾਡੇ ਪੁੱਤਰ ਦਾ ਚਿਹਰਾ ਬਾਹਰ। ਅੱਜ 17 ਦਿਨ ਹੋ ਗਏ ਨੇ, ਪੁੱਤਰ ਸ਼ਾਮ ਪੈਂਦੀ ਹੈ ਤੇ ਰੋ ਲੈਂਦੇ ਆ, ਦਿਨ ਚੜ੍ਹਦਾ ਤਾਂ ਅਸੀਂ ਰੋ ਲੈਂਦੇ ਆ। ਜੀ ਕੀ ਕਰੀਏ? ਇਹਨਾਂ ਮੇਰੇ ਪੁੱਤਰ ਦਾ ਉਹ ਹਾਲ ਕੀਤਾ ਹੋਏਗਾ, ਇਹ ਮੈਂ ਜਾਣਨਾ ਜਾਂ ਮੇਰਾ ਖੁਦਾ ਜਾਣਦਾ ਕਿ ਇਹਨਾਂ ਨੇ ਕੀ ਕੀਤਾ ਸੀ। ਜਦੋਂ ਇਹ ਦਿਨ ਮਾਰਦੇ ਹੋਣਗੇ ਸਾਨੂੰ ਘਬਰਾ ਪੈਂਦਾ ਅਤੇ ਰੋਨੇ ਆ, ਕਿਉਂਕਿ ਮਾਂ ਪਿਓ ਨੂੰ ਪਤਾ ਲੱਗ ਜਾਂਦਾ ਜਦੋਂ ਔਲਾਦ ਨੂੰ ਦੁੱਖ ਹੁੰਦਾ ਨਾ, ਮਾਂ ਨੂੰ ਪਤਾ ਲੱਗ ਜਾਂਦਾ, ਪਿਓ ਨੂੰ ਵੀ ਪਤਾ ਲੱਗ ਜਾਂਦਾ। ਅਸੀਂ ਇਸ ਤਰ੍ਹਾਂ ਹੱਥ ਵੀ ਜੋੜੇ, ਯਾਰ ਸਾਡਾ ਪੁੱਤਰ ਸਾਨੂੰ ਮਿਲਾ ਲਿਓ। अस्सलाम वालेकुम नाज़रीन, मैं हूं एडी मलिक और आज मैं आपको एक ऐसे माँ बाप की कहानी लेकर आपके सामने आया हूं जिसे सुनकर आपका दिल ज़रूर खून के आंसू रोएगा। मेरे साथ जो आप बुज़ुर्ग हज़रात को देख रहे हैं, इनका बेटा जिसका नाम शहजाद है और वो पोलियो का मरीज़ है। नाज़रीन, ऐसा क्या उस मरीज़ ने कर दिया था कि पुलिस, हमारे लाहौर की CIA पुलिस इनके घर आती है, दरवाज़ा खटखटाने के बजाय दरवाजे को तोड़ती है और फिर घर में घुसकर इनके बेटे को उठाती है। जैसे इन्होंने ये पूछना चाहा कि आप क्यों आए हैं और क्यों मेरे बेटे को पकड़ कर ले जाना चाहते हैं, उन्होंने असले के ज़ोर पर इनको यरगमाल बनाया और इन पर तशद्दुद करने की भी कोशिश की। और इनके बेटे को, जो कि पोलियो का मरीज़ है, उसे क्या उसने जुर्म किया होगा ये तो खुदा बेहतर जानता है, क्योंकि ये उनके सामने फरियाद करते रहे कि आखिरकार मेरे बेटे ने कौन सा ऐसा जुर्म कर दिया है कि आप इस तरह से हमारे घर में घुसे हैं, जैसे कोई दहशतगर्द यहाँ पर रह रहा हो। दहशतगर्द और जो डाकू हैं वो तो पुलिस से पकड़े नहीं जाते, क्योंकि पुलिस उनके साथ मिली होती है और उनकी पुश्त पनाही करती है। इसी तरह की ये पुलिस गर्दी आए रोज़ वाक़यात हमारे सामने आते हैं और हम आपके सामने लेकर आते हैं। मज़ीद क्या कार्रवाई हुई, इनका बेटा अब कहाँ पर है, किन हालात में है, क्या उसके बाद इनसे मिला या कि वो आज भी पुलिस की कस्टडी में अपनी ज़िंदगी और मौत की वो जैसे भी हालात हैं उनमें से वो गुजर आया। अंकल जी, मुझे बताइएगा क्या ऐसा वाक़या हुआ था और पुलिस क्यों आपके बेटे को लेके गई है? मंगल का दिन थी, सुबह 3:45 बजे पुलिस आई, उन्हें दरवाज़ा तोड़िया है। कितने लोग थे? 10 जने वर्दी में थे सारे? सब वर्दी में थे। 10 जने आए ने, उन्हें दरवाज़ा तोड़िया, अंदर आ गए ने, सारियां गन्नां ਕੱਢਣੀਆਂ ਨੇ। ਉਹਨਾਂ ਕਿਹਾ ਜਿਹੜਾ ਬੋਲਿਆ ਅਸੀਂ ਗੋਲੀ ਮਾਰ ਦਿਆਂਗੇ। ਅੱਛਾ। ਘਰ ਦੇ ਵਿੱਚ ਇੱਕੋ ਪੁਕਾਰ ਪੈ ਗਈ ਕਿ ਜਿਵੇਂ ਕੋਈ ਡਾਕਾ ਪੈਣ ਲੱਗਾ ਹੈ। ਇਹਨਾਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ, ਉੱਤੇ ਚਲੇ ਗਏ। ਉੱਤੇ ਜਾ ਕੇ आप लोगों को गालियाँ निकाल रहे थे? हाँ, हमको सबको ਸਾਰਿਆਂ ਨੂੰ ਗਾਲਾਂ ਕੱਢਣ ਡਿਆ ਕਿ ਜਿਹੜਾ ਬੋਲਿਆ ਉਹਨੂੰ ਫੈਰ ਮਾਰ ਦਿਆਂਗੇ। अच्छा, यहाँ तक आ गए कि अगर कोई बोला तो उसे गोली मार देंगे? ਫੈਰ ਮਾਰ ਦਾਂਗੇ। ਉੱਤੇ ਆਏ, ਮੈਂ ਅੱਖਾਂ ਮਲਦਾ ਮਲਦਾ ਉੱਠਿਆ, ਮੈਂ ਪੁੱਛਿਆ ਯਾਰ ਕੌਣ ਹੋ ਤੁਸੀਂ, ਕਾਹਦੇ ਲਈ ਆਏ ਹੋ? ਕਹਿਣ ਲੱਗੇ ਹੈ ਤੈਨੂੰ ਦੱਸਨੇ ਆ, ਸ਼ਹਜ਼ਾਦ ਕਿੱਥੇ ਆ? अच्छा। ਮੈਂ ਕਿਹਾ ਉਹ ਘਰ ਹੀ ਹੈ, ਤੂੰ ਦੱਸ ਕੀ ਕਹਿਣਾ? ठीक है। ਇਹ ਜੀ ਉਹ ਪਿਸ਼ਾਵਰ ਕਤਲ ਕਰਕੇ ਆਇਆ। ਮੈਂ ਕਿਹਾ ਕਦੋਂ? ਇਹ ਅੱਜ 2 ਦਿਨ ਹੋ ਗਏ। ਉਹ ਮੈਂ ਕਿਹਾ ਉਹਨੂੰ ਤੇ ਸਾਰੀ ਜ਼ਿੰਦਗੀ ਹੋ ਗਈ, ਇੱਥੋਂ ਪਿਸ਼ਾਵਰ ਦਾ ਮੂੰਹ ਨਹੀਂ ਵੇਖਿਆ ਉਹਨੇ, ਤੇ ਤੂੰ ਕਹਿਣ ਡਿਆ ਪਿਸ਼ਾਵਰ ਕਤਲ ਕਰਕੇ ਆਇਆ। ਉਹਨਾਂ ਚਿਰ ਨੂੰ ਮੇਰੀ ਬੀਵੀ ਨਿਕਲ ਆਈ ਹੈ ਕਮਰੇ ਚੋਂ। अच्छा। ਉਹਨਾਂ ਕਿਹਾ ਇਹ ਕਮਰਾ, ਅੰਦਰ ਵੜ ਗਏ ਨੇ। ਮੇਰੀ ਟਾਰਚ ਪਈ ਸੀ, ਉਹ ਟਾਰਚ ਚੁੱਕ ਲਈ ਇਹਨਾਂ ਨੇ। अच्छा। ਉਹ ਟਾਰਚ ਮਾਰ ਕੇ, ਅੰਦਰ ਲਾਈਟ ਨਹੀਂ ਸੀ ਬਲਦੀ, ਉਹ ਟਾਰਚ ਮਾਰ ਕੇ ਉਹਨੂੰ ਧਰੂ ਕੇ ਲੈ ਆਂਦਾ। आपके बेटे को उम्र कितनी है आपके बेटे की? 24 ਸਾਲ। चलता फिरदा है? ਹਾਂ, ਚੱਲਦਾ ਫਿਰਦਾ। ਇੱਕ ਲੱਤ ਉਹਦੀ ਸਾਰੀ ਸੁੱਕੀ ਹੈ। अच्छा, माजूर है, एक लात लड़खड़ांदा है? ਹਾਂ, ਇੱਕ ਲੱਤ ਤੋਂ ਲੜਖੜਾਂਦਾ। ਉਹ ਬਾਦੇ ਵਾਲੇ ਡਿੱਗ ਵੀ ਪੈਂਦਾ। ਉਹਦੇ ਗੋਡੇ ਤੇ ਜ਼ਖਮ ਵੀ ਤੁਸੀਂ ਵੇਖ ਸਕਦੇ ਹੋ, ਉਹਦੇ ਗੋਡੇ ਤੇ ਜ਼ਖਮ ਵੀ ਨੇ। ਉਹਨਾਂ ਦਾ ਅਰਮਾਨ ਵੀ ਆਇਆ। ਉਹ ਇਸ ਤਰ੍ਹਾਂ ਜਾਂਦਾ ਜਾਂਦਾ ਇੰਝ ਹੁੰਦਾ ਜਿਵੇਂ ਗੋਡਾ ਤਗਾਂ ਡਿੱਗ ਪੈਂਦਾ। ਉਹ ਲੈ ਆਏ ਨੇ ਉਹਨੂੰ, ਅਸੀਂ ਪੁੱਛਦੇ ਰਹੇ ਹਾਂ। ਸਾਨੂੰ ਕਹਿੰਦੇ ਜੀ ਅਸੀਂ ਭਗਵਾਨਪੁਰਿਓਂ ਆਏ। ਅਸੀਂ ਭਗਵਾਨਪੁਰੇ ਗਏ ਹਾਂ ਸੁਬਾਹ ਨੂੰ। ਉਹਨਾਂ ਕਿਹਾ ਜੀ ਇੱਥੇ ਕੋਈ ਨਹੀਂ ਆਇਆ। ਅਸੀਂ ਉੱਥੋਂ ਰੋਂਦੇ ਕਰਲਾਉਂਦੇ ਆ ਗਏ। 3 ਦਿਨ ਬਾਅਦ ਫੋਨ ਆਇਆ। ਅੰਕਲ ਜੀ, ਉਹਨਾਂ ਨੇ ਤੁਹਾਡੇ ਨਾਲ ਵੀ ਬਦਤਮੀਜ਼ੀ ਕੀਤੀ ਸੀ? ਸਾਡੇ ਨਾਲ ਵੀ ਬਦਤਮੀਜ਼ੀ ਕੀਤੀ ਨਾ। ਘਰ ਦੇ ਚ ਜ਼ਾਹਿਰੀ ਬਾਤ ਹੈ ਨਾ, ਖਵਾਤੀਨ ਵੀ ਹੁੰਦੀਆਂ ਨੇ। ਨੌ ਨੂੰ ਗਾਲਾਂ ਕੱਢੀਆਂ, ਮੇਰੀਆਂ ਭਤੀਜੀਆਂ ਨੂੰ ਗਾਲਾਂ ਕੱਢੀਆਂ ਪੁਲਿਸ ਵਾਲਿਆਂ ਨੇ? ਪੁਲਿਸ ਵਾਲਿਆਂ ਵਰਦੀ ਦੇ ਵਿੱਚ ਸੀ ਸਾਰੇ? ਵਰਦੀ ਦੇ ਵਿੱਚ। ਕਿਸੇ ਦਾ ਕੋਈ ਨਾਮ ਪਤਾ, ਕਿਸੇ ਦਾ ਜਾਣ ਪਹਿਚਾਣ ਹੈ? ਇੱਕ ਦਾ ਨਾਂ ਹੈਗਾ
ਸ਼ਕੀਲ ਬੱਟ, ਫਰਤ। ਇੱਕ ਦਾ ਨਾਂ ਹੈਗਾ ਹੈ ਰਜ਼ਾ। ਰਜ਼ਾ ਸਿਪਾਹੀ ਹੈ, ਸ਼ਕੀਲ ਬੱਟ 2 ਫੁੱਲਾਂ ਵਾਲਾ ਹੈ, ਫਰਤ 1 ਫੁੱਲ ਵਾਲਾ ਹੈ। ਇਹਨਾਂ ਸਾਡੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ, ਮੇਰੀ ਬੀਵੀ ਨੂੰ ਗਾਲਾਂ ਕੱਢੀਆਂ, ਮੇਰੀ ਬੀਵੀ ਦਾ ਉਹਨਾਂ ਦੁਪੱਟਾ ਖਿੱਚਿਆ, ਕਹਿੰਦੇ ਬਕਵਾਸ ਨਾ ਕਰ ਮਾਈ ਪਰਾਂ ਹੋ ਜਾ। ਅੰਕਲ ਜੀ ਤੁਸੀਂ ਮੈਨੂੰ ਇਹ ਦੱਸੋ, ਮੇਰੇ ਵੀ ਬਜ਼ੁਰਗ ਹੋਏ ਹੋ ਤੁਸੀਂ, ਇਹ ਜਿਹੜੇ ਪੁਲਿਸ ਵਾਲੇ ਤੁਹਾਡੇ ਘਰ ਆਏ ਸੀ ਜਿਨ੍ਹਾਂ ਨੇ ਇੰਨੀਆਂ ਬਦਤਮੀਜ਼ਾਂ ਕੀਤੀਆਂ, ਸਾਡੀ ਮਾਂ ਹੈਗੀ ਹੈ ਇਹਨਾਂ ਦੇ ਨਾਲ ਬਦਤਮੀਜ਼ੀ ਕੀਤੀ, ਇਹ ਪੁਲਿਸ ਵਾਲੇ ਦੇ ਮਾਂ ਪਿਓ ਭੈਣ ਭਰਾ ਹੁੰਦੇ ਨੇ ਕਿ ਉਤਰ ਨਖੁੱਤਰ ਹੁੰਦੇ ਨੇ? ਇਹ ਤੇ ਮੈਨੂੰ ਲੱਗਦਾ ਕਿ ਪੁੱਤਰ ਨਾ ਇਹਨਾਂ ਦਾ ਕੋਈ ਮਾਂ ਤੇ ਨਾ ਪਿਓ ਤੇ ਨਾ ਕੋਈ ਇਹਨਾਂ ਦਾ ਭਰਾ, ਇਹ ਤੇ ਲੱਗਦਾ ਕਿ ਅਸਮਾਨ ਤੋਂ ਟਪਕਦੇ ਨੇ। ਇਹਨਾਂ ਦੇ ਕੋਈ ਦੀਨ ਨਹੀਂ, ਕੋਈ ਮਜ਼ਲਮ ਨਹੀਂ। ਮੇਰੇ ਹਿਸਾਬ ਨਾਲ ਤੇ ਮੁਸਲਮਾਨ ਦੇ ਘਰ ਪੈਦਾ ਹੀ ਨਹੀਂ ਹੋਏ। ਜਿਸ ਤਰ੍ਹਾਂ ਦੀ ਹਰਕਤਾਂ ਤੁਸੀਂ ਦੱਸਦੇ ਪਏ ਇਹਨਾਂ ਨੇ ਕੀਤੀਆਂ ਨੇ ਤੇ ਵਾਕਿਆ ਨਹੀਂ ਲੱਗਦਾ ਨਾ, ਇਹ ਤੇ ਮੁਸਲਮਾਨ ਲੱਗਦੇ ਹੀ ਨੇ। ਇਹਨਾਂ ਮੇਰੇ ਪੁੱਤਰ ਦਾ ਉਹ ਹਾਲ ਕੀਤਾ ਹੋਏਗਾ, ਇਹ ਮੈਂ ਜਾਣਦਾ ਜਾਂ ਮੇਰਾ ਖੁਦਾ ਜਾਣਦਾ ਕਿ ਇਹਨਾਂ ਨੇ ਕੀ ਕੀਤਾ ਸੀ। ਜਦੋਂ ਇਹ ਦਿਨ ਮਾਰਦੇ ਹੋਣਗੇ ਸਾਨੂੰ ਘਬਰਾ ਪੈਂਦਾ ਅਤੇ ਰੋਨੇ ਆ, ਕਿਉਂਕਿ ਮਾਂ ਪਿਓ ਨੂੰ ਪਤਾ ਲੱਗ ਜਾਂਦਾ ਜਦੋਂ ਔਲਾਦ ਨੂੰ ਦੁੱਖ ਹੁੰਦਾ ਨਾ, ਮਾਂ ਨੂੰ ਪਤਾ ਲੱਗ ਜਾਂਦਾ, ਪਿਓ ਨੂੰ ਵੀ ਪਤਾ ਲੱਗ ਜਾਂਦਾ। ਲੇਕਿਨ ਇਹਨਾਂ ਬਹੁਤ ਜ਼ਿਆਦਤੀ ਕੀਤੀ ਪੁੱਤਰ। 17 ਦਿਨ ਹੋ ਗਏ ਨੇ ਸਾਨੂੰ ਇਹਨਾਂ ਸਾਡਾ ਪੁੱਤਰ ਨਹੀਂ ਮਿਲਾਇਆ। ਅਸੀਂ ਇਸ ਤਰ੍ਹਾਂ ਹੱਥ ਵੀ ਜੋੜੇ, ਯਾਰ ਸਾਡਾ ਪੁੱਤਰ ਸਾਨੂੰ ਮਿਲਾ ਦਿਓ। ਸਾਨੂੰ ਬੇਇੱਜ਼ਤ ਕਰਕੇ ਇਹਨਾਂ ਥਾਣੇ ਚੋਂ ਕੱਢਿਆ। ਅੱਛਾ, ਥਾਣੇ ਕਿਹੜੇ ਥਾਣੇ ਗਏ ਸੀ ਤੁਸੀਂ? CIA ਇਚਰੇ। ਉੱਥੇ ਜਾ ਕੇ ਇਹਨਾਂ ਨੇ ਫਿਰ ਕੀ ਕੀਤਾ ਤੁਹਾਨੂੰ? ਅਸੀਂ ਗਏ, ਰਾਤ ਨੂੰ ਫੋਨ ਆਇਆ 3 ਦਿਨ ਪਿਆ ਬਾਅਦ ਚ, ਜਿਸ ਦਿਨ ਫੜ ਕੇ ਜਾਂਦੇ ਨੇ 3 ਦਿਨ ਬਾਅਦ ਚ ਫੋਨ ਆਇਆ ਹੈ ਕਿ ਬੇਟੇ ਮੇਰੇ ਨੇ ਕੀਤਾ ਹੈ। ਉਦੋਂ ਮਾਰਦੇ ਹੀ ਤੇ ਉਹਨੂੰ ਕਹਿੰਦੇ ਹੀ ਲੈ ਫੋਨ ਕਰ। ਉਹ ਰੋਂਦਾ ਸੀ, ਅੱਬੂ ਜੀ ਮੈਨੂੰ ਬਚਾ ਲਓ, ਆਣ ਕੇ ਲੈ ਜਾਓ, ਮੈਂ ਕੋਈ ਗੁਨਾਹ ਨਹੀਂ ਕੀਤਾ, ਮੈਨੂੰ ਲੈ ਜਾਓ। ਅਸੀਂ ਸਵੇਰ ਨੂੰ ਗਏ, ਸਾਨੂੰ ਉੱਤੇ ਨਹੀਂ ਜਾਣ ਦਿੱਤਾ। ਅਸੀਂ ਮਿੰਤਰਲਾ ਕੀਤਾ, ਉੱਤੇ ਗਏ। ਉੱਤੇ ਜਾ ਕੇ ਉਹਨੂੰ ਕਿਹਾ ਭਾਈ ਤੁਹਾਨੂੰ ਨਾ ਸਾਡਾ ਬੇਟਾ ਮਿਲਾ ਦੇ। ਉਹ ਫਰਦ ਕਹਿੰਦਾ, ਸ਼ਕੀਲ ਕਹਿੰਦਾ ਕੌਣ ਹੈ? ਮੈਂ ਜੀ ਤੁਹਾਡਾ ਫੋਨ ਰਾਤੀ ਗਿਆ ਸੀ ਤੇ ਅਸੀਂ ਤਾਂ ਆਏ ਆ, ਦੱਸੋ ਕੀ ਹੁਕਮ ਹੈ ਸਾਡੇ ਲਈ? ਕਹਿੰਦਾ ਜੀ ਇਹਨਾਂ ਨੂੰ ਬਾਹਰ ਕੱਢ ਦਿਓ। ਅੱਛਾ, ਇਹਨਾਂ ਨੂੰ ਜਿੰਨੀ ਜਲਦੀ ਹੋ ਸਕਦਾ ਇਹਨਾਂ ਨੂੰ ਬਾਹਰ ਕੱਢ ਦਿਓ। ਸ਼ਕੀਲ ਬੱਟ ਦੇ ਘਰ ਗਏ ਸੀ ਤੁਸੀਂ? ਨਹੀਂ, ਥਾਣੇ ਗਏ ਆ। ਉਹਦਾ ਪਿਓ ਦਾ ਥਾਣਾ ਹੈਗਾ ਸੀ? ਉੱਥੇ ਦੀ ਹੱਥ ਵੀ ਜੋੜੇ ਉਹਦੇ ਅੱਗੇ ਕਿ ਯਾਰ ਨਬੀ ਦੇ ਸਦਕੇ ਸਾਨੂੰ ਸਾਡੇ ਪੁੱਤਰ ਦਾ ਚਿਹਰਾ ਵਹਾ ਦੇ। ਅਸੀਂ ਬਹੁਤ ਮਾੜੇ ਆਦਮੀ ਆ, ਗਰੀਬ ਆ, ਸਾਨੂੰ ਚਿਹਰਾ ਵਹਾ ਦੇ। ਲੇਕਿਨ ਉਹਨੇ ਨਹੀਂ ਵਹਾਇਆ। ਅੱਜ 17 ਦਿਨ ਹੋ ਗਏ ਨੇ ਪੁੱਤਰ। ਸ਼ਾਮ ਪੈਂਦੀ ਅਸੀਂ ਰੋ ਲੈਂਦੇ ਆ, ਦਿਨ ਚੜ੍ਹਦਾ ਤੇ ਅਸੀਂ ਰੋ ਲੈਂਦੇ ਆ। ਅਸੀਂ ਕੀ ਕਰੀਏ? ਅਸੀਂ ਕਿੱਥੇ ਜਾਈਏ, ਕਿੱਥੇ ਜਾਈਏ? ਮਾਂ ਜੀ, ਜਦੋਂ ਪੁਲਿਸ ਵਾਲੇ ਤੁਹਾਡੇ ਨਾਲ ਬਦਤਮੀਜ਼ੀ ਕਰਦੇ ਪਏ ਸੀ, ਤੁਸੀਂ ਉਹਨਾਂ ਨੂੰ ਕੋਈ ਕਿਹਾ ਨਹੀਂ ਕਿ ਤੁਹਾਡੀ ਵੀ ਕੋਈ ਘਰ ਮਾਂ ਹੋਏਗੀ, ਕੋਈ ਭੈਣ ਹੋਏਗੀ, ਕੋਈ ਹੋਏਗਾ? ਦਿੱਤਾ, ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਮੈਂ ਹੈ ਕਿ ਜਿਵੇਂ ਪੁੱਤਰ, ਮੇਰੇ ਪੁੱਤਰ ਨੂੰ ਕਿੱਥੇ ਲੈ ਕੇ, ਮੇਰੇ ਭਰਾ ਮੇਰੇ ਪੁੱਤਰਾਂ ਨੂੰ ਕਿੱਥੇ ਲੈ ਕੇ ਚੱਲੇ ਜੇ? ਅਸੀਂ ਭਗਵਾਨਪੁਰ ਲੈ ਕੇ ਚੱਲੇ ਆ, ਭਗਵਾਨਪੁਰ ਆ ਜਾਣਾ। ਅਸੀਂ ਮਗਰ ਗਏ ਆ, ਉੱਥੇ ਕੁਛ ਨਹੀਂ ਹੈਗਾ। ਗਲਤਫਹਿਮੀ ਦੇ ਨਾਲ ਤੇ ਨਹੀਂ ਤੁਹਾਡੇ ਬੇਟੇ ਨੂੰ ਲੈ ਗਏ ਚੁੱਕੇ? ਪਤਾ ਹੀ ਨਹੀਂ ਸਾਨੂੰ। ਗਲਤਫਹਿਮੀ ਨਾਲ ਵੀ ਲੱਗੇ ਨੇ ਤੇ ਪਰ ਛੱਡ ਵੀ ਤੇ ਸਕਦੇ ਨਾ। ਕਿੰਨੇ ਦਿਨ ਹੋ ਗਏ ਨੇ? ਸਾਨੂੰ ਫੋਨ ਵੀ ਕਰ ਸਕਦੇ ਨੇ ਕਿ ਚਲ ਅਸੀਂ ਗਲਤਫਹਿਮੀ ਨਾਲ ਲੈ ਕੇ ਆਏ ਆ, ਤੁਸੀਂ ਲੈ ਜਾਓ ਆਪਣੇ ਬੇਟੇ ਨੂੰ, ਕਹਿ ਸਕਦੇ ਨੇ ਕਿ ਨਹੀਂ? ਨਾ ਤੇ ਵੇਖਦੇ ਨੇ ਕਿ ਗੁਨਾਹਗਾਰ ਕਿਹੜਾ ਹੈ ਤੇ ਕਿਹਦਾ ਨਾ ਹੀ ਦੂਸਰਾ ਕਿਹੜਾ ਹੈ। ਗੁਨਾਹਗਾਰ ਤੇ ਫੜਦੇ ਨਹੀਂ ਨਾ ਹੈਗੇ। ਹਾਂ, ਜਿਹੜਾ ਕੋਈ ਸਹੀ, ਜਿਹੜਾ ਕੋਈ ਕਰਦਾ ਨਾ ਇਹੋ ਜਿਹਾ ਕੰਮ, ਉਹਦੀ ਆਜ਼ਾਦੀ ਹੈ। ਜਿਹਨਾਂ ਨੇ ਕੰਮ ਨਹੀਂ ਨਾ ਕਰਦਾ ਉਹਨੂੰ ਫਾਹੇ ਲਾ ਦਿੰਦੇ ਨੇ, ਉਹਨੂੰ ਫਾਹੇ ਲਾ ਦਿੰਦੇ ਨੇ, ਉਹਨੂੰ ਰੇ ਕਿੰਨਾ ਕੁ ਮਾਰਦੇ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਪਕਾਉਂਦੇ ਨੇ ਮਾਰ ਮਾਰ ਕੇ। ਤੁਸੀਂ ਆਪਣੇ ਬੇਟੇ ਨੂੰ ਮਿਲਿਓ ਥਾਣੇ ਜਾ ਕੇ? ਨਹੀਂ ਮਿਲੇ, ਨਹੀਂ। ਅਸੀਂ ਦੋਵੇਂ ਜੀ ਗਏ ਆ, ਸਾਨੂੰ ਨਹੀਂ ਮਿਲਣ ਦਿੱਤਾ। ਕੀ ਕਹਿੰਦੇ ਨੇ? ਇਹ ਕੋਈ ਕਹਿੰਦੇ ਨੇ ਬਾਹਰ ਨਿਕਲੋ, ਕੋਈ ਨਹੀਂ ਹੈ, ਜਾਵੋ ਤੁਸੀਂ। ਤੇ ਫਿਰ ਤੁਸੀਂ ਕਿਸੇ ਕੋ SP ਦੇ ਦਫ਼ਤਰ ਗਏ ਹੋ ਜਾਂ ਕਿਸੇ ਹੋਰ ਦੇ, ਉਹਨਾਂ ਨੇ ਕੀ ਕਿਹਾ ਜੀ? ਉਹਨਾਂ ਨੇ ਕਿਹਾ ਠੀਕ ਹੈ, ਤੁਹਾਡੀ ਦਰਖਾਸਤ ਭੇਜ ਦਿੰਦੇ ਆ ਤੇ ਉਹ ਤੁਹਾਨੂੰ ਬੁਲਾਉਣਗੇ। ਤੇ ਗਾਜ਼ੀਆਬਾਦ ਵਾਲਿਆਂ ਨੇ ਸਾਨੂੰ ਬੁਲਾਇਆ, ਅੱਜ ਬੁਲਾਉਂਦੇ ਆ, ਕੱਲ੍ਹ ਬੁਲਾਉਂਦੇ ਆ, ਅੱਜ ਬੁਲਾਉਂਦੇ, ਕੱਲ੍ਹ ਬੁਲਾਉਂਦੇ। ਅੱਜ ਵੀ ਉਹਨਾਂ ਨੇ ਬੁਲਾਉਣਾ ਸੀ, ਜਾਣਾ ਸੀ ਤੇ ਰਸਤੇ 'ਚ ਹੀ ਅਸੀਂ ਵਾਪਸ ਆ ਗਏ। ਫੋਨ ਕਰਤਾ, ਨਹੀਂ ਅੱਜ ਨਹੀਂ ਆਉਣਾ, ਸਾਹਿਬ ਚਲਾ ਗਿਆ ਹੈ, ਤਾਂ ਤੁਸੀਂ ਕੱਲ੍ਹ ਹੁਣ 3 ਵਜੇ ਆਉਣਾ, 3 ਵਜੇ ਆਉਣਾ। ਅਸੀਂ ਕਿਹਾ ਠੀਕ, ਅਸੀਂ ਫਿਰ ਵਾਪਸ ਆ ਗਏ। ਮਾਂ ਜੀ, ਬਹੁਤ ਸਾਰੇ ਲੋਕ ਤੁਹਾਨੂੰ ਦੇਖਦੇ ਪਏ ਨੇ, ਪੁਲਿਸ ਦੇ ਇਸ ਰਵੱਈਏ ਤੋਂ ਵੀ ਲੋਕ ਵਾਕਿਫ ਨੇ, ਕੀ ਕਹੋਗੇ? ਕਿ ਸਾਡੇ ਪੁੱਤਰ ਜਿਹੜਾ ਹੈ ਨਾ ਬੇਗੁਨਾਹ ਹੈਗਾ ਏ। ਸਾਡੇ ਪੁੱਤਰ ਨੂੰ ਕਿਤੇ ਨਾ ਛੱਡ ਦੇਣ, ਜਿਸ ਤਰ੍ਹਾਂ ਵੀ ਹੈ। ਸਾਡੇ ਪੁੱਤਰ ਨੇ ਕੋਈ ਗੁਨਾਹ ਨਹੀਂ ਕੀਤਾ ਹੈਗਾ। ਸਾਡਾ ਪੁੱਤਰ ਰੋਂਦਾ ਗਿਆ ਹੈ, ਅੱਬੂ ਜੀ ਮੈਨੂੰ ਬਚਾ ਲਓ, ਅੱਬੂ ਜੀ ਮੈਨੂੰ ਬਚਾ ਲਓ, ਮੇਰਾ ਪੁੱਤਰ ਕੰਮ ਨਹੀਂ ਕਰ ਸਕਦਾ। ਮਾਰ ਮਾਰ ਪੁਲਿਸ ਵਾਲਿਆਂ ਨੇ ਬੇੜਾ ਗਰਕ ਉਹਦਾ ਕਰ ਦਿੱਤਾ ਹੈ। ਕੁਛ ਅੱਗੇ ਪੋਲੀਓ ਦਾ ਮਰੀਜ਼ ਹੈਗਾ। ਹਕੂਮਤ ਅੱਗੇ ਜਾਂ ਆਲਾ ਅਫਸਰਾਨ ਅੱਗੇ ਕੀ ਅਪੀਲ ਕਰੋਗੇ? ਅਸੀਂ ਇਹ ਕਹਾਂਗੇ ਕਿ ਮੇਰੇ ਪੁੱਤਰ ਨੂੰ ਨਾ
ਮੇਰੇ ਪੁੱਤਰ ਨੂੰ ਸਾਡਾ ਪੁੱਤਰ ਦੇ ਦੇਵੋ। ਜਿਸ ਤਰ੍ਹਾਂ ਵੀ ਹੈ ਮੇਰੇ ਪੁੱਤਰ ਦੇ ਜਿਹੜੇ ਕੋ ਸਾਰਾ ਕੁਛ ਹੈਗਾ, ਮੇਰੇ ਪੁੱਤਰ ਦੇ ਕੰਮ ਖਤਮ ਕਰ ਦੇਣ, ਸਾਰੇ ਡੇਟਾ ਖਤਮ ਕਰ ਦੇਣ ਮੇਰੇ ਪੁੱਤਰ ਦਾ। ਜਿਹੜੇ ਕੋ ਦੂਸਰੇ ਕੁ ਦਿਨ ਆਉਂਦੇ ਨੇ ਪੁਲਿਸ ਵਾਲੇ, ਮੇਰੇ ਪੁੱਤਰ ਨੂੰ ਨਾ ਫੜ ਕੇ ਲੈ ਜਾਣ। ਪਹਿਲੇ ਵੀ ਕਿਤੇ ਫੜ ਕੇ ਲੈ ਗਏ ਸੀ? ਹਾਂਜੀ ਪਹਿਲੇ ਵੀ ਲਗੇ ਸਨ। ਕਿਉਂ ਪਹਿਲੇ ਫੜ ਕੇ ਲੈ ਗਏ? ਬਸ ਇਸ ਤਰ੍ਹਾਂ ਹੀ ਕਹਿ ਦਿੰਦੇ ਨੇ ਕਿ ਚੋਰੀ ਕੀਤੀ ਇਹਨੇ, ਚੋਰੀਆਂ ਕਰਦੇ ਹੋਈਏ ਤੇ ਇੰਨੀ ਕੁ ਜਿੰਨੀ ਜਗ੍ਹਾ ਜੇ, ਇੰਨੀ ਕੁ ਜਿੰਨੀ ਇੱਥੇ 2 ਮੰਜੀਆਂ ਸਾਡੀਆਂ ਡੱਠੀਆਂ ਮਾਂ ਪੁੱਤਰਾਂ ਦੀਆਂ, ਜਿੱਥੇ ਅਸੀਂ ਮਾਂ ਪੁੱਤਰ ਸੌਂਦੇ ਆ। ਫੱਟਿਆਂ ਦੀ ਅਸੀਂ ਛੱਤ ਪਾਈ, ਅੱਗੋਂ ਵਾਲੇ ਫੱਟਿਆਂ ਦੀਆਂ, ਉਹ ਅਸੀਂ ਛੱਤ ਪਾ ਕੇ ਤੇ ਉੱਥੇ ਸੌਂਦੇ ਦੋਵੇਂ माँ पुत्र। नाज़रीन, बिल्कुल आपने ये सारी गुफ्तगू सुनी कि किस तरह पुलिस गर्दी का ये एक वाक़या सामने आया और फिर पुलिस के हमारे जो नौजवान हैं, जो शेर जवान हैं, जिन्हें हम ये अगर ना कहेंगे तो यकीन करें नामुनासिब होगा कि हमारे जो शेर जवान हैं, जो वर्दी में जब वर्दी इनको मिल जाती है तो फिर इनके अंदर पता नहीं कौन सी ऐसी चीज़ आ जाती है जिससे ये सिर्फ़ और सिर्फ यही सोचते हैं कि हमने किसी ऐसे शख्स पर जुल्म करके घर जाना है ताकि हमारी रूह को तसल्ली मिले। पता नहीं इनको माँ बाप ने ये दर्स दिया होता है, सिखाया होता है कि बेटा आपने किसी के साथ कोई हमदर्दी नहीं करनी, कोई आपने किसी के साथ अच्छे तरीके से बात नहीं करनी, बस हराम का पैसा इकट्ठा करना है, लोगों के बच्चों पर जुल्म करना है, लोगों की माँओं बहनों को गालियाँ निकालनी हैं। ये आप लोगों ने सीखा है। अगर आप लोग पढ़े हैं तो आपको पढ़ाने वाले उन असातिज़ा पर मुझे शर्म आती है कि किन असातिज़ा के आप शागिर्द होंगे। आज इस दौर में वो नौजवान भी मौजूद हैं जो ऐसे गरीब लोगों के साथ शाना बशाना होकर उनकी मदद भी करते हैं, क्योंकि अगर इस माशरे में बुरे लोग मौजूद हैं तो बुरे लोगों के साथ साथ हमारे वो चंद नौजवान जो कि इस माशरे में काली भेड़ों का मुकाबला कर सकते हैं वो भी मौजूद हैं। तो उनसे भी बात करते हैं और उनसे भी जानते हैं कि आप इनके साथ किस तरह इनको इंसान के लिए इनके साथ चलेंगे और इनके बेटे को उस पुलिस के जो काली भेड़ें हैं जिनकी गिरफ्त में वो नौजवान मौजूद है, किस तरह उनको बाजियाब करवाएंगे। आइए उनसे भी बात करते हैं। जी, तो मेरे साथ एडवोकेट वलीद सदीकी साहब मौजूद हैं और उनसे जानते हैं कि जब इनको ये केस मिला तो फिर इन्होंने कहाँ तक कार्रवाई की और आगे मज़ीद क्या कार्रवाई करने वाले हैं। क्या वो जो शख्स जो पोलियो को मरीज़ पुलिस की गिरफ्त में मौजूद है, कब तक उन्हें वो आज़ाद करवा सकेंगे। वली साहब बहुत शुक्रिया, आप बेसहारा और गरीब लोगों की आवाज़ बनते हैं, उनके साथ शाना बशाना खड़े हो जाते हैं और आज के इस दौर में यकीन करें कि ऐसे आप जैसे भाई जो हैं वो बहुत कम हैं। जी बहुत शुक्रिया जी, अल्लाह ताला का मैं जितना शुक्र करूं उतना कम है कि उसने मुझे इस बंदा नाचीज़ की जो ड्यूटी लगाई है, जो मनसब दिया है, उसको लेकर आगे चल रहे हैं कि जो कि इस दुखी इंसानियत की खिदमत कर सकें, जो भी उसके रूबरू पेश होना है। तो कल मैं ना SPCA साहब के पास मेरा जाना हुआ तो एक पर्सनल मैटर के लिए, तो वहाँ पे ये बुज़ुर्ग आदमी वहाँ पे उनसे कमरे में उनके हाथ जोड़े खड़े थे कि जनाब मेरे बच्चे की एक दफ़ा मुलाकात करा दी जाए। अच्छा। तो वो कहते हैं कि जनाब इस पे आपकी इंक्वायरी बैठी हुई है, DSP साहब को मैंने कह दिया, वो कर रहे हैं, 6-7 दिन में आपको रिपोर्ट दी जाएगी। अच्छा। वो इनको कह के ये बस टलखा दिया गया। फिर मैं बाहर आया, इनको मैंने कहा कि आप सुबह आएँ, इंशाल्लाह आप लोगों की मैंने हेल्प ली इसलिए कि ताकि दुनिया को हम बता सकें कि ये जो अफसरान बाला हैं इनके पास हम जाते हैं इंसाफ के लिए, तो ये आगे हमें क्या दे रहे हैं। ये हमारे ही टैक्स पे चलने वाले हैं, ये हमारे ही पैसों पे पलने वाले हैं और ये इनकी ड्यूटी है हमें हमारे राइट्स को प्रिजर्व करना, उसके मुहाफ़िज़ हैं ये, ना कि अखलाकियात को तबाह कर देना। तो ये चीज़ें हमें समझानी होंगी इन अफसरान बाला को कि ये कोई नैब का मुल्ज़म है जो आपने इसके ऊपर इंक्वायरी बिठाई है, या ये कोई करप्शन करके आया है, या ये आपके डिपार्टमेंट का बंदा है जिसके ऊपर आपने इंक्वायरी बिठा दी हुई है। वली साहब, अब आपने कौन सा रास्ता अपनाया है कि जिससे इनको जल्द जल्द वो बच्चा बाजियाब हो? इसके लिए हमने चीफ जस्टिस लाहौर हाई कोर्ट साहब को उनके रूबरू एक रिट पेश कर दी है आज। कल इंशाल्लाह वो हमारी उनके रूबरू हम पेश होंगे और वो उसमें IG पंजाब से हमने जवाब तलब करना है कि IG साहब ये क्या हो रहा है आपके पस मंज़र पे, आप किधर हैं, ये आप रूल ऑफ लॉ की बात करवा रहे हैं, यहाँ पे कानून की इम्प्लीमेंटेशन कहाँ पे हो रही है, हमें ये दिखाया जाए। कल वो इंशाल्लाह उनको नोटिस करवाया जाएगा। जी बहुत शुक्रिया, वली साहब हमारे साथ मौजूद थे और उम्मीद है कि वली साहब अपने इस नेक मकसद में ज़रूर कामयाब होंगे
اور پولیس کے ان کالی بیڑوں کے خلاف وہ ضرور عدالت میں ان تمام پولیس افسران کو طلب کریں گے اور ان سے جواب حاصل کریں گے۔ اسی کے ساتھ مجھے دیجیے اجازت، اللہ نے کے بعد۔